ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਕਹਾਣੀ ਹੈ। ਮੇਰਾ ਕਾਰੋਬਾਰ ਦਾ ਇੱਕ ਅਸੂਲ ਹੋਇਆ ਕਰਦਾ ਸੀ, ਭਾਵੇਂ ਜੋ ਮਰਜ਼ੀ ਹੋ ਜਾਏ, ਗੱਲੇ ਤੋਂ ਕਦੀ ਵੀ ਇੱਧਰ ਉੱਧਰ ਨਾ ਹੁੰਦਾ। ਇੱਕ ਪਾਸੇ ਡੈਰੀ ਸੀ, ਦੂਜੇ ਪਾਸੇ ਮਠਿਆਈ ਦੀ ਦੁਕਾਨ। ਸਵੇਰੇ 9 ਤੋਂ 12 ਤੱਕ ਕੰਮ ਕਾਫੀ ਹੁੰਦਾ। ਤੁਲਵਾਈ, ਪੈਕਿੰਗ, ਸਫਾਈ, ਜੂਠੇ ਭਾਂਡੇ, ਮਠਿਆਈਆਂ ਦੇ ਆਰਡਰ ਤੇ ਡੱਬਿਆਂ ਦੀ ਸਾਂਭ ਸੰਭਾਲ। ਉੱਤੋਂ ਵਿਆਹਾਂ ਦਾ ਸੀਜ਼ਨ। ਵੈਸੇ ਸਵੇਰ ਵੇਲੇ ਸਭ ਤੋਂ ਜ਼ਿਆਦਾ ਦਹੀਂ ਦੇ ਆਰਡਰ ਹੀ ਹੋਇਆ ਕਰਦੇ। ਪਹਿਲੋਂ ਪੈਕ ਕਰਨਾ, ਮੁੜ ਕੇ ਉੱਤੇ ਰਬੜ ਚੜਾਉਣੀ, ਕਈ ਵਾਰ ਤੇ ਹੱਥ ਵੀ ਬਿਲਕੁਲ ਰਹਿ ਜਾਂਦੇ। 2-3 ਮੁੰਡੇ ਵੀ ਰੱਖੇ, ਪਰ ਇਤਬਾਰ ਵਾਲੀ ਕਸਵੱਟੀ ਤੇ ਕੋਈ ਵੀ ਪੂਰਾ ਨਾ ਉਤਰ ਸਕਿਆ। ਹੌਲੀ ਜਿਹੀ ਉਮਰ ਦਾ ਉਹ ਮੁੰਡਾ ਸ਼ਾਇਦ ਸਾਹਮਣੇ ਸ਼ਾਹਾਂ ਦੀ ਆੜਤ ਤੇ ਸਾਫ਼ ਸਫਾਈ ਦਾ ਕੰਮ ਕਰਿਆ ਕਰਦਾ ਸੀ। 1-2 ਵਾਰ ਡੈਰੀ ਤੇ ਆਇਆ, ਆਪਣੀ ਨੌਕਰੀ ਦੀ ਕਹਾਣੀ ਜੀ ਪਾ ਬੈਠਾ। ਅਖੇ ਸਰਦਾਰ ਜੀ ਲੋੜ ਹੋਵੇ ਤਾਂ ਦੱਸਿਓ, ਕੰਮ ਚਾਹੀਦਾ। ਨਿੱਕੇ ਨਿੱਕੇ ਭੈਣ ਭਾਈਆਂ ਦੀ ਜ਼ਿੰਮੇਵਾਰੀ ਮੇਰੇ ਤੇ ਹੈ। ਪਿੱਛੇ ਜਿਹੀ ਮਾਂ ਮਰੀ ਹੈ। ਕੋਲ ਕੜਾਹੀ ਤੇ ਕੰਮ ਕਰਦਾ ਹਲਵਾਈ ਉਹਦਾ ਗੁਆਂਢੀ ਸੀ। ਅਕਸਰ ਆਖ ਦਿੰਦਾ, ਸ਼ਾਹ ਜੀ ਹਾਂ ਗਲਤੀ ਨਾ ਕਰ ਬਿਓ, ਬੜੀ ਬੇਇਤਵਾਰੀ ਵਾਲੀ ਉਮਰ ਹੁੰਦੀ ਹੈ। ਏਡੀ ਉਮਰ ਦੇ ਨਾ ਘਰ ਦੇ ਹੁੰਦੇ ਆ ਨਾ ਘਾਟ ਦੇ। ਉੱਤੋਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਹੱਥ ਲੱਗ ਚੁੱਕੇ ਨੇ, ਸੋਚ ਸਮਝ ਕੇ ਰੱਖਿਓ ਜਿਹਨੂੰ ਵੀ ਰੱਖੋਗੇ। ਹਲਵਾਈ ਦੀ ਗੱਲ ਸੁਣ ਸਬਰ ਦਾ ਘੁੱਟ ਭਰਦਾ ਹੋਇਆ ਉਹ ਮੇਰਾ ਜਵਾਬ ਉਡੀਕੇ ਬਗੈਰ ਹੀ ਉੱਥੋਂ ਚਲਾ ਜਾਇਆ ਕਰਦਾ। ਉਸ ਦਿਨ ਵੀ ਸਵੇਰੇ ਸਵੇਰੇ ਗ੍ਰਾਹਕੀ ਦਾ ਸਿਖਰ ਉੱਤੋਂ ਮੇਰਾ ਸਿਰ ਵੀ ਦੁਖੀ ਜਾ ਰਿਹਾ ਸੀ। ਅੱਜ ਫੇਰ ਉਹੀ ਮੁੰਡਾ ਮੁੱਠ ਵਿੱਚ ਇੱਕ ਨੋਟ ਫੜੀ ਸਭ ਤੋਂ ਅੱਗੇ ਖਲੋਤਾ, ਕਦੇ ਦਾ ਕੁਝ ਆਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਕਾਵਾਂ ਰੌਲੀ 'ਚ ਕੁਝ ਵੀ ਸੁਣਿਆ ਨਹੀਂ ਸੀ ਜਾ ਰਿਹਾ। ਮੈਂ ਮਨ ਹੀ ਮਨ ਧਾਰਨਾ ਬਣਾ ਲਈ ਕਿ ਇਹ ਅੱਜ ਫੇਰ ਦਹੀਂ ਲੈਣ ਬਹਾਨੇ ਉਹੀ ਨੌਕਰੀ ਵਾਲੀ ਪੁਰਾਣੀ ਕਹਾਣੀ ਪਾ ਬੈਠੇਗਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਆਖਦਾ, ਕੋਲ ਖਲੋਤੇ ਹਲਵਾਈ ਨੇ ਉਹਦੇ ਚੰਡ ਕੱਢ ਮਾਰੀ ਤੇ ਆਖਣ ਲੱਗਾ, ਓਏ ਜਦੋਂ ਇੱਕ ਵਾਰ ਜਵਾਬ ਦੇ ਦਿੱਤਾ ਫਿਰ ਰੋਜ਼-ਰੋਜ਼ ਤੰਗ ਕਰਨ ਕਿਉਂ ਆ ਜਾਣਾ? ਜਾ ਦੌੜ ਜਾ, ਮੁੜ ਕੇ ਨਾ ਆਈ। ਸ਼ਾਹ ਜੀ ਵੱਲੋਂ ਵੀ ਸਮਝ ਪੱਕੀ ਨਾ ਹੀ ਹੈ। ਹੱਕੇ ਬੱਕੇ ਜਿਹੇ ਹੋ ਗਏ ਨੇ, ਛੇਤੀ ਨਾਲ ਇੱਕ ਹੱਥ ਆਪਣੀ ਲਾਲ ਹੋ ਗਈ ਗੱਲ ਤੇ ਰੱਖ ਲਿਆ ਤੇ ਦੂਜੇ ਨਾਲ ਮੁੱਠ 'ਚ ਫੜਿਆ 50 ਦਾ ਨੋਟ ਮੇਰੇ ਵੱਲ ਵਧਾ ਦਿੱਤਾ। ਨਾਲ ਹੀ ਗਿੱਲੀਆਂ ਹੋ ਗਈਆਂ ਅੱਖਾਂ ਨਾਲ ਮੇਰੇ ਵੱਲ ਵੇਖਦਾ ਹੋਇਆ ਆਖਣ ਲੱਗਾ, ਜੀ ਹੁਣੇ ਹੀ 50 ਦਾ ਦਹੀਂ ਲੈ ਕੇ ਗਿਆ ਸੀ ਤੇ ਤੁਸੀਂ ਭੁਲੇਖੇ ਨਾਲ ਬਕਾਏ 'ਚ 50 ਰੁਪਏ ਵਾਧੂ ਦੇ ਦਿੱਤੇ ਸਨ। ਮੈਂ ਤਾਂ ਉਹ 50 ਮੋੜਨ ਆਇਆ ਸੀ। ਇਸ ਮਗਰੋਂ ਉਹ ਤੋਂ ਹੋਰ ਕੋਈ ਗੱਲ ਨਾ ਹੋਈ ਤੇ ਉਂਝ ਹੀ ਲਾਲ ਗੱਲ ਤੇ ਹੱਥ ਰੱਖੀ ਉਹ ਸਕਿੰਟਾਂ ਵਿੱਚ ਹੀ ਸਾਹਮਣੇ ਖਲੋਤੀ ਗਾਹਕਾਂ ਦੀ ਵੱਡੀ ਭੀੜ 'ਚ ਕਿਧਰੇ ਗੁਆਚ ਗਿਆ। ਕਾਲਜੇ ਨੂੰ ਧੂ ਜਿਹੀ ਪੈ ਗਈ। ਮੈਨੂੰ ਆਪਣੀ ਮਾਂ ਚੇਤੇ ਆ ਗਈ, ਜਿਸ ਨੇ ਮੈਨੂੰ ਪਹਿਲੀ ਵਾਰ ਸਕੂਲੋਂ ਪਈ ਪਹਿਲੀ ਚਪੇੜ ਮਗਰੋਂ ਕਿੰਨੀ ਦੇਰ ਆਪਣੀ ਬੁੱਕਲ 'ਚ ਲੁਕਾਈ ਰੱਖਿਆ ਸੀ। ਸੋਚੀ ਪੈ ਗਿਆ, ਇਹ ਵਿਚਾਰਾ ਪਤਾ ਨਹੀਂ ਹੁਣ ਕਿਹਦੀ ਬੁੱਕਲ 'ਚ ਜਾ ਕੇ ਸਿਰ ਲੁਕਾਏਗਾ। ਇਹਦੀ ਤੇ ਅਜੇ ਕੁਝ ਦਿਨ ਪਹਿਲਾਂ ਹੀ ਮੈਂ ਪਹਿਲੀ ਵਾਰ ਪੈਸਿਆਂ ਵਾਲਾ ਗੱਲਾ ਉਂਝ ਦਾ ਉਂਝ ਹੀ ਖੁੱਲ੍ਹਾ ਛੱਡ ਉਹਦੇ ਮਗਰ ਨੂੰ ਹੋ ਤੁਰਿਆ। ਵਾਹੋ ਦਾਈ ਇੱਧਰ ਉੱਧਰ ਨੱਸੇ ਨੂੰ ਪਤਾ ਨਹੀਂ ਕਿਉਂ ਇੰਝ ਦਾ ਮਹਿਸੂਸ ਹੋ ਰਿਹਾ ਸੀ, ਜਿੱਦਾਂ ਮੇਰੀ ਗਲਤੀ ਦਾ ਅਹਿਸਾਸ ਦਿਵਾਉਣ ਖੁਦ ਮੇਰੀਆਂ ਬਰੂਹਾਂ ਤੇ ਚੱਲ ਕੇ ਆਇਆ ਮਾਸੂਮ ਜਿਹਾ ਇੱਕ ਰੱਬ ਕਿਸੇ ਗੱਲੋਂ ਰੁੱਸ ਹਮੇਸ਼ਾ ਲਈ ਵਾਪਸ ਆਪਣੀ ਦੁਨੀਆ 'ਚ ਪਰਤ ਗਿਆ ਹੋਵੇ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਹੈ ਸੱਚਾ ਵਰਤਾਰਾ। ਅੱਗੇ ਜਦੋਂ ਕਦੇ ਵੀ ਬਿਆਸ ਤੋਂ ਅਗਾਂਹ ਜਾਣ ਦਾ ਸਬੱਬ ਹੁੰਦਾ ਤੇ ਇਹੀ ਕੋਸ਼ਿਸ਼ ਹੁੰਦੀ ਕਿ ਦਰਬਾਰ ਸਾਹਿਬ ਜਾ ਕੇ ਮੱਥਾ ਜ਼ਰੂਰ ਟੇਕਿਆ ਜਾਵੇ। ਪਰ ਉਸ ਦਿਨ ਜੰਡਿਆਲੇ ਅਫਸੋਸ ਕਰਨ ਗਿਆ ਨੂੰ ਤੜਕੇ ਫੋਨ ਆ ਗਿਆ, ਵਾਪਸ ਲੁਧਿਆਣੇ ਮੁੜਨਾ ਪੈ ਗਿਆ। ਮੈਂ ਮੂੰਹ ਵੱਟ ਕੇ ਦੂਜੇ ਪਾਸੇ ਬੈਠ ਗਈ। ਇਹ ਆਖਣ ਲੱਗੇ ਕਿ ਢੇਰੀ ਨਾ ਢਾਹ, ਜਿਸ ਦਿਨ ਭੋਗ ਤੇ ਆਏ ਉਸ ਦਿਨ ਤੜਕੇ ਤੋਂ ਦੁਪਹਿਰ ਤੱਕ ਬਸ ਉੱਥੇ ਹੀ ਰਹਿਣਾ। ਪਰ ਮੇਰੀ ਨਾਰਾਜ਼ਗੀ ਦੂਰ ਨਾ ਹੋਈ। ਬਿਆਸ ਲਾਗੇ ਇਹਨਾਂ ਨੂੰ ਦੁਬਾਰਾ ਫੋਨ ਆ ਗਿਆ। ਇਹ ਕਾਰ ਪਾਸੇ ਲਾ ਕੇ ਗੱਲ ਕਰਨ ਲੱਗ ਪਏ। ਇੰਨੇ ਨੂੰ ਕੀ ਵੇਖਿਆ, ਇੱਕ ਬਾਬਾ ਜੀ ਦਾਰਜੀ ਦੀ ਉਮਰ ਦੇ ਕੋਲ ਹੀ ਸੜਕ ਕੰਢੇ ਖਿਲ ਰਿਹਾ ਪਲਾਸਟਿਕ ਇਕੱਠਾ ਕਰ ਕਰ ਤੌੜੇ 'ਚ ਪਾ ਰਹੇ ਸਨ। ਮੈਥੋਂ ਰਿਹਾ ਨਾ ਗਿਆ। ਹੌਲੀ ਜਿਹੀ ਹੇਠਾਂ ਉੱਤਰ ਗੱਡੀ 'ਚ ਸੁੱਟੀਆਂ ਪਲਾਸਟਿਕ ਦੀਆਂ ਕਿੰਨੀਆਂ ਸਾਰੀਆਂ ਬੋਤਲਾਂ ਦੇਣ ਬਹਾਨੇ ਉਹਨਾਂ ਦੇ ਕੋਲ ਜਾ ਖਲੋਤੀ। ਫਤਿਹ ਬੁਲਾਈ, ਖੁਸ਼ ਹੋਏ ਤੇ ਸਿਰ ਤੇ ਹੱਥ ਰੱਖ ਅਸੀਸ ਦਿੱਤੀ।
ਅਚਾਨਕ ਮੇਰਾ ਧਿਆਨ ਕੋਲ ਹੀ ਉਹਨਾਂ ਦੇ ਸਾਈਕਲ ਵੱਲ ਚਲਾ ਗਿਆ। ਪਿਛਲੇ ਚੱਕੇ 'ਤੇ ਨਾ ਟਾਇਰ ਸੀ ਤੇ ਨਾ ਹੀ ਟਿਊਬ, ਸਿਰਫ ਸਣ ਦੀਆਂ ਰੱਸੀਆਂ ਲਪੇਟੀਆਂ ਹੋਈਆਂ ਸਨ। ਹੌਕਾ ਨਿਕਲ ਗਿਆ। ਪਰਸ ਵਿੱਚੋਂ 100 ਦੇ ਨੋਟ ਕੱਢਿਆ 100 ਦਾ ਨੋਟ ਕੱਢਿਆ ਤੇ ਫੜਾਉਣ ਲੱਗੀ। ਇੰਨੇ ਨੂੰ ਇਹ ਵੀ ਕੋਲ ਆ ਗਏ। ਪੁੱਛਣ ਲੱਗੇ ਕੀ ਗੱਲ ਹੋਈ। ਮੈਂ ਪਿਛਲੇ ਚੱਕੇ ਵੱਲ ਇਸ਼ਾਰਾ ਕਰ ਦਿੱਤਾ ਤੇ ਨਾਲ ਹੀ ਪਤਾ ਨਹੀਂ ਕਿਉਂ ਮੇਰਾ ਰੋਣ ਵੀ ਨਿਕਲ ਗਿਆ। ਬਾਬਾ ਜੀ ਸਮਝ ਗਏ ਕਿ ਸਾਈਕਲ ਦੀ ਮਾੜੀ ਹਾਲਤ ਵੇਖ ਰੋ ਪਈ ਏ। ਆਖਣ ਲੱਗੇ, ਕਮਲੀਏ, ਕੱਲ ਹੀ ਗੁਰੂ ਰਾਮਦਾਸ ਦੇ ਸਥਾਨ ਤੇ ਅਰਦਾਸ ਕੀਤੀ ਸੀ। ਉੱਥੋਂ ਆਵਾਜ਼ ਪਈ ਸੀ ਕਿ ਅੱਜ ਕਿਰਪਾ ਜ਼ਰੂਰ ਹੋਏਗੀ। ਇਹਨਾਂ ਉਸੇ ਵੇਲੇ ਬੋਝੇ ਚੋਂ 500 ਦਾ ਨੋਟ ਕੱਢਿਆ, ਫੜਾਇਆ ਤੇ ਆਪਣਾ ਨੰਬਰ ਦਿੰਦੇ ਹੋਏ ਆਖਣ ਲੱਗੇ ਕਿ ਸਭ ਤੋਂ ਪਹਿਲਾਂ ਸਾਈਕਲ ਠੀਕ ਕਰਾਓ ਤੇ ਜੇ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਕਾਲ ਕਰ ਦਿਓ। ਅੱਗੋਂ ਆਖਣ ਲੱਗੇ, ਗੁਰਮੁਖੋ, ਭੇਟਾ ਤਾਂ ਪ੍ਰਵਾਨ ਹੋਏਗੀ ਜੇ ਨਾਲ ਖਲੋ ਮੇਰੀ ਕੀਤੀ ਅਰਦਾਸ 'ਚ ਸ਼ਾਮਲ ਹੋਵੋਗੇ। ਅਸੀਂ ਦੋਵੇਂ ਜਣਿਆਂ ਜੋੜੇ ਲਾਏ ਤੇ ਹੱਥ ਜੋੜ ਖਲੋ ਗਏ। ਉਹਨਾਂ ਸੰਖੇਪ ਜਿਹੀ ਅਰਦਾਸ ਕੀਤੀ ਤੇ ਮੁੜ ਉੱਚੀ ਸਾਰੀ ਜੈਕਾਰਾ ਛੱਡ ਆਖਣ ਲੱਗੇ, ਜਾਓ ਗੁਰਮੁਖੋ, ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ 'ਚ ਰੱਖੇ। ਲੁਧਿਆਣੇ ਤੱਕ ਆਉਂਦਿਆਂ ਬਾਬਾ ਜੀ ਦੇ ਜੈਕਾਰੇ ਦੀ ਗੂੰਜ ਕਾਇਨਾਤ ਵਿੱਚ ਇੰਜ ਮਹਿਸੂਸ ਹੁੰਦੀ ਰਹੀ ਜਿੱਦਾਂ ਮਾਝੇ ਦੀ ਧਰਤੀ ਤੇ ਹੁਣੇ-ਹੁਣੇ ਇੱਕ ਸਾਕਸ਼ਾਤ ਕਰਾਮਾਤ ਵੇਖ ਲਈ ਹੋਵੇ। ਮਗਰੋਂ ਕਿੰਨੇ ਦਿਨ ਉਡੀਕਦੇ ਰਹੇ, ਕੋਈ ਕਾਲ ਨਾ ਆਈ। ਪਰ ਬਿਆਸ ਫਲਾਈਓਵਰ ਕੋਲ ਉਹ ਅਸਥਾਨ ਸਾਡੇ ਲਈ ਐਸਾ ਤੀਰਥ ਹੈ ਜਿੱਥੇ ਐਸਾ ਤੀਰਥ ਹੋ ਨਿਬੜਿਆ ਜਿਸ ਨੇ ਹਮੇਸ਼ ਇਹੀ ਗੱਲ ਸਿਖਾਈ ਕਿ ਗੁਰੂ ਦੇ ਸਿੱਖ ਕੋਲ ਭਾਵੇਂ ਕੁਝ ਵੀ ਬਾਕੀ ਕਿਉਂ ਨਾ ਰਹੇ ਤਾਂ ਵੀ ਚੜ੍ਹਦੀ ਕਲਾ 'ਚ ਰਹਿੰਦੇ ਹੋਏ ਸ਼ੁਕਰਾਨੇ ਦੀ ਅਰਦਾਸ ਕਿੱਦਾਂ ਕਰਦੇ ਰਹਿਣਾ ਚਾਹੀਦਾ ਹੈ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਅਗਲੀ ਕਹਾਣੀ। ਬਤੌਰ ਰੇਲ ਡਰਾਈਵਰ ਸਾਡੀ ਗੱਡੀ ਜਦੋਂ ਵੀ ਸ਼ਹਿਰੋਂ ਬਾਹਰ ਫਾਟਕ ਕੋਲ ਬਣੇ ਉਸ ਘਰ ਕੋਲ ਅੱਪੜਦੀ ਤਾਂ ਲੰਘਦੀ ਰੇਲ ਵੇਖ ਖੁਸ਼ੀ ਵਿੱਚ ਨੱਚਦੇ ਹੋਏ ਕਿੰਨੇ ਸਾਰੇ ਨਿਆਣੇ ਵੇਖ ਮਨ ਖਿੜ ਜਾਇਆ ਕਰਦਾ। ਮੈਂ ਵੀ ਕੋਲੇ ਵਾਲੇ ਇੰਜਣ ਦੀ ਲੰਮੀ ਸੀਟੀ ਵਜਾ ਕੇ ਉਹਨਾਂ ਦੀ ਖੁਸ਼ੀ 'ਚ ਸ਼ਾਮਲ ਹੋ ਜਾਇਆ ਕਰਦਾ। ਇੱਕ ਵਾਰ ਉੱਥੇ ਕੋਲ ਹੀ ਇੰਜਣ ਖਰਾਬ ਹੋ ਗਿਆ। ਮਕੈਨਿਕ ਦੂਰੋਂ ਆਉਣੇ ਸਨ, ਘੜੀ ਲੱਗ ਜਾਣੀ ਸੀ। ਮੈਂ ਹੇਠਾਂ ਉਤਰ ਉਸੇ ਘਰ ਚਲਾ ਗਿਆ, ਬੜੀ ਸੇਵਾ ਕੀਤੀ। ਗੱਲਾਂ-ਗੱਲਾਂ 'ਚ ਨਾਨਕੇ ਪਿੰਡੋਂ ਰਿਸ਼ਤੇਦਾਰੀ ਨਿਕਲ ਆਈ। ਮਗਰੋਂ ਸਾਰੇ ਮਹਿਕਮੇ ਵਿੱਚ ਵੀ ਉਹ ਘਰ ਭਾਊ ਦੇ ਨਾਨਕੇ ਕਰਕੇ ਮਸ਼ਹੂਰ ਹੋ ਗਿਆ। ਜ਼ਿਕਰਯੋਗ ਏ ਕਿ ਕੋਟ ਖਾਲਸਾ ਅੰਮ੍ਰਿਤਸਰ ਦਾ ਹੋਣ ਕਰਕੇ ਸਾਰੇ ਭਾਊ ਕਰਕੇ ਸੱਦਿਆ ਕਰਦੇ ਸਨ। 84 ਮਗਰੋਂ ਵੇਖਦਾ ਉਹ ਘਰ ਅਕਸਰ ਹੀ ਦੇਰ ਸਵੇਰੇ ਪੁਲਿਸ ਨੇ ਘੇਰਿਆ ਹੁੰਦਾ। ਸ਼ਾਇਦ ਕੌਮੀ ਸੇਵਾ 'ਚ ਲੱਗਿਆ ਕੋਈ ਰੂਪੋਸ਼ ਹੋ ਗਿਆ ਸਰਕਾਰ ਨੂੰ ਲੋੜੀਂਦਾ ਸੀ। ਇੱਕ ਦਿਨ ਖਬਰ ਮਿਲੀ ਕਿ ਦਿਨ ਢਲੇ ਉਸੇ ਨਾਨਕੇ ਘਰ ਗੋਲੀ ਚੱਲ ਰਹੀ ਸੀ। ਦੂਰ ਪਟੜੀ ਤੱਕ ਪੁਲਿਸ ਹੀ ਪੁਲਿਸ ਸੀ। ਇੱਕ ਟਿਚਕਰ ਜਿਹੀ ਨਾਲ ਆਖਣ ਲੱਗਾ, ਲੱਗਦਾ ਅੱਜ ਪੁਲਿਸ ਨੇ ਭਾਊ ਦੇ ਨਾਨਕੇ ਉਜਾੜ ਹੀ ਦੇਣੇ ਨੇ। ਮੈਂ ਇੱਕਦਮ ਰੋਹ 'ਚ ਆ ਗਿਆ। ਆਖਿਆ, ਜਿੰਨੀ ਦੇਰ ਬਾਬੇ ਦੀਪ ਸਿੰਘ ਤੇ ਤੀਰ ਵਾਲੇ ਦੀ ਮਿਹਰ ਏ, ਭਾਊਆਂ ਦੇ ਨਾਨਕੇ ਕਦੇ ਨਹੀਂ ਉੱਜੜ ਸਕਦੇ। ਛੇਤੀ ਮਗਰੋਂ ਮੇਰੀ ਬਦਲੀ ਦਿੱਲੀ ਹੋ ਗਈ ਤੇ ਇੱਧਰ ਆਉਣਾ ਜਾਣਾ ਘਟ ਗਿਆ। ਪਰਿਵਾਰ ਚੰਡੀਗੜ੍ਹ ਸ਼ਿਫਟ ਹੋ ਗਿਆ। ਫਿਰ ਮਗਰੋਂ ਉੱਥੇ ਹੀ ਮੇਰੀ ਰਿਟਾਇਰਮੈਂਟ ਵੀ ਹੋ ਗਈ। ਮਗਰੋਂ ਕੈਨੇਡਾ ਆਉਣ ਕਰਕੇ ਸਾਰਾ ਕੁਝ ਹੀ ਬਦਲ ਜਿਹਾ ਗਿਆ। ਕਈ ਵਾਰ ਮੇਰਾ ਅਤੀਤ ਸੁਪਨਾ ਬਣ ਅਕਸਰ ਹੀ ਨਜ਼ਰੀ ਪੈ ਜਾਇਆ ਕਰਦਾ। ਜੀ ਕਰਦਾ ਉੱਡ ਕੇ ਪੰਜਾਬ ਅੱਪੜ ਜਾਵਾਂ। ਕਿੰਨੇ ਵਰ੍ਹਿਆਂ ਬਾਅਦ ਦੰਦ ਲਵਾਉਣ ਤੇ ਹੋਰ ਨਿੱਕੇ-ਮੋਟੇ ਕੰਮ ਕਰਾਉਣ ਇਕੱਲੇ ਨੂੰ ਇੱਧਰ ਆਉਣਾ ਪਿਆ। ਡਰਾਈਵਰ ਤੇ ਗੱਡੀ ਦਾ ਪੱਕਾ ਬੰਦੋਬਸਤ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਦਾ ਬਦਲਿਆ ਹੋਇਆ ਮੁਹਾਂਦਰਾ ਵੇਖ ਹੌਲ ਜਿਹਾ ਪਿਆ। ਆਖਿਆ, ਗੱਡੀ ਬਟਾਲੇ ਵੱਲ ਨੂੰ ਮੋੜ ਲਓ, ਉੱਥੇ ਵੀ ਕੁਝ ਵੇਖਣਾ ਲੋਚਦਾ ਹਾਂ। ਪਰ ਉੱਥੇ ਵੀ ਕਿੰਨਾ ਕੁਝ ਬਦਲ ਗਿਆ ਸੀ। ਪਿੰਡ ਦਾ ਮਾਹੌਲ, ਰਹਿਣ-ਸਹਿਣ, ਗੱਡੀਆਂ, ਖੇਤਾਂ, ਟਿਊਬਵੈੱਲਾਂ ਦਾ ਮੂੰਹ ਮੁਹਾਂਦਰਾ, ਸਭ ਕੁਝ। ਅਚਾਨਕ ਉਸੇ ਫਾਟਕ ਕੋਲ ਕਾਰ ਰੁਕਵਾ ਲਈ। ਪਟੜੀ ਦੇ ਨਾਲ-ਨਾਲ ਕੁਝ ਕਦਮ ਤੁਰ ਕੇ ਪੈਰ ਇੱਕ ਜਗ੍ਹਾ ਰੁਕ ਜੇ ਗਏ। ਵੱਡੀ ਸਾਰੀ ਫੈਕਟਰੀ ਕੋਲ ਇੱਕ ਆਲੀਸ਼ਾਨ ਦਫ਼ਤਰ ਬਣਿਆ ਹੋਇਆ ਸੀ। ਕਿਸੇ ਪੁਰਾਣੇ ਘਰ ਦੀ ਇਮਾਰਤ ਲੱਭਦਿਆਂ ਖਿਆਲ ਆਇਆ, 35 ਸਾਲ ਥੋੜ੍ਹੇ ਨਹੀਂ ਹੁੰਦੇ। ਸ਼ਾਇਦ ਭੁਲੇਖਾ ਲੱਗ ਗਿਆ, ਪਰ ਅਗਲੇ ਹੀ ਪਲ ਦਰੱਖਤਾਂ ਦੇ ਝੁੰਡ ਵਿੱਚੋਂ
ਕਿਸੇ ਤਰ੍ਹਾਂ ਬਚ ਗਏ। ਇੱਕ ਮੋਟੇ ਸਾਰੇ ਬੋਰਡ ਨੇ ਸਾਰੀ ਕਹਾਣੀ ਸਾਫ਼ ਕਰ ਦਿੱਤੀ। ਇਸੇ ਹੇਠ ਖਲੋ ਕੇ ਤਾਂ ਜਿਉਣ ਜੋਗੇ ਲੰਘਦੀ ਗੱਡੀ ਵੱਲ ਵੇਖ ਟਾਟਾ ਕਰਦੇ ਭੰਗੜਾ ਪਾਇਆ ਕਰਦੇ ਸਨ। ਅਤੀਤ ਦੇ ਘੋੜੇ ਤੇ ਚੜੇ ਹੋਏ ਦੀਆਂ ਕਦੋਂ ਅੱਖਾਂ ਗਿੱਲੀਆਂ ਹੋ ਗਈਆਂ ਪਤਾ ਹੀ ਨਹੀਂ ਲੱਗਾ। ਅੱਖਾਂ ਪੂੰਝਦੇ ਨੂੰ ਡਰਾਈਵਰ ਨੇ ਪੁੱਛ ਲਿਆ, ਬਾਬਾ ਜੀ ਕੀ ਗੱਲ ਹੋਈ? ਆਖਿਆ, ਕੁਛ ਨਹੀਂ ਪੁੱਤਰ, ਬਸ ਭਾਊ ਦੇ ਨਾਨਕੇ ਉੱਜੜ ਗਏ। ਬਦਲਿਆ ਹੋਇਆ ਮਾਹੌਲ ਤੇ ਆ ਫੈਕਟਰੀ ਖਾ ਗਈ ਉਹਨੂੰ। ਕਿਹੜੇ ਭਾਊ ਦੇ ਨਾਨਕੇ? ਇਹ ਤੋਂ ਪਹਿਲਾਂ ਕਿ ਕੁਝ ਆਖ ਸਕਦਾ, ਕੋਲੋਂ ਲੰਘੀ ਜਾਂਦੀ ਬਿਜਲੀ ਨਾਲ ਚੱਲਣ ਵਾਲੀ ਤੇਜ਼ ਰਫ਼ਤਾਰ ਗੱਡੀ ਦੀ ਉੱਚੀ ਸਾਰੀ ਆਵਾਜ਼, ਉਹਦਾ ਕੀਤਾ ਸਵਾਲ ਤੇ ਮੇਰਾ ਜਵਾਬ ਦੋਵੇਂ ਨਿਗਲ ਗਈ। ਫੇਰ ਕਿਧਰੋਂ ਆਵਾਜ਼ ਆਈ, ਭਾਊਆਂ ਦੇ ਨਾਨਕੇ ਤਾਂ ਸਦੀਆਂ ਤੋਂ ਹੀ ਉੱਜੜਦੇ ਆਏ, ਕਦੇ ਆਪਣਿਆਂ ਹੱਥੋਂ ਤੇ ਕਦੇ ਬੇਗਾਨਿਆਂ ਹੱਥੋਂ। ਐਵੇਂ ਦਿਲ ਨਾ ਹੌਲਾ ਕਰਿਆ ਕਰ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਅਗਲੀ ਕਹਾਣੀ। ਜਦੋਂ ਕੋਈ ਬੰਦਾ ਪੱਗ ਬੰਨ੍ਹ ਕੇ ਸਟੇਟ ਜਾਂ ਦੇਸ਼ ਤੋਂ ਬਾਹਰ ਜਾਂਦਾ ਤਾਂ ਉਹ ਇਕੱਲਾ ਨਹੀਂ ਹੁੰਦਾ, ਉਦੋਂ ਕੌਮ ਦਾ ਨੁਮਾਇੰਦਾ ਹੁੰਦਾ ਹੈ। ਜੇ ਉੱਥੇ ਉਹ ਵਹਿਬਤ ਕਰਦਾ ਹੈ ਤਾਂ ਸਾਰੀ ਕੌਮ ਦਾ ਸਿਰ ਨੀਵਾਂ ਹੁੰਦਾ ਹੈ। ਅਗਲਾ ਕਹਿੰਦਾ ਹੈ, ਇਹ ਸੀਖ ਤੋਂ ਹੋਤੇ ਹੀ ਐਸੀ ਹੈ। ਜੇ ਕਿਤੇ ਚਾਹ ਵਾਲੇ ਨੂੰ 10 ਰੁਪਏ ਵੱਧ ਦੇ ਦੇਵੇ ਤਾਂ ਅਗਲਾ ਖੁਸ਼ ਹੋ ਕੇ ਕਹਿੰਦਾ ਹੈ, ਅਰੇ ਇਹ ਲੋਕ ਬਹੁਤ ਦਿਲਦਾਰ ਹੋਤੇ ਹੈ। ਉਹ 10 ਰੁਪਏ ਕੌਮ ਦੇ ਖਾਤੇ ਪੈ ਜਾਂਦੇ ਨੇ। ਮਨਜੀਤ ਰਾਜਪੁਰੇ ਨੇ ਕਿਤਾਬ ਤੀਵੀਆਂ ਦੀ ਜੰਨ 'ਚ ਤਸਵੀਰ 'ਚ ਖਲੋਤੇ ਰਾਜਵੀਰ ਸਿੰਘ ਬਾਰੇ ਬਹੁਤ ਸੋਹਣਾ ਲੇਖ ਲਿਖਿਆ। ਇਸ ਫੱਕਰ ਨੂੰ ਰਿਕਸ਼ਾ ਵਿਰਾਸਤ 'ਚ ਮਿਲਿਆ। ਦਾਦੇ ਤੋਂ ਵਾਇਆ ਪਿਓ ਉਹਦਾ ਪੈਰ ਰਿਕਸ਼ੇ ਦੇ ਪੈਡਲ ਤੇ ਆ ਟਿਕਿਆ। ਰਿਕਸ਼ੇ ਦੀ ਗੱਦੀ ਹੇਠਾਂ ਗੁਰੂ ਦੀ ਗੋਲਕ ਵੀ ਰੱਖਦਾ, ਜਿਸ 'ਚੋਂ ਆਪਣੀ ਕਮਾਈ ਦਾ ਦਸਵੰਧ ਰੱਖਦਾ। ਇਸੇ ਕਿਰਤ 'ਚੋਂ ਉਹ ਬੜੇ ਘਰਾਂ 'ਚ ਸ਼ੁਕਰਾਨੇ ਦੇ ਦੀਵੇ ਬਾਲ ਚੁੱਕਿਆ। ਟਿਕੀ ਦੁਪਹਿਰ ਨੂੰ ਕਿਸੇ ਰੁੱਖ ਹੇਠ ਰਿਕਸ਼ਾ ਠੱਲ ਕੇ ਰਾਜਵੀਰ ਲਿਖਣ ਜੁੱਟ ਜਾਂਦਾ। ਉਹਦੇ ਲਿਖੇ ਲੇਖ ਅਖਬਾਰਾਂ 'ਚ ਛਪਦੇ ਨੇ। ਜਿਹੋ ਜਿਹਾ ਖੇਤਰ ਉਹੋ ਜਿਹੀ ਲੇਖਣੀ। ਉਹਨੇ ਕਿਤਾਬ ਲਿਖੀ, ਰਿਕਸ਼ੇ ਤੇ ਚੱਲਦੀ ਜ਼ਿੰਦਗੀ। ਉਹਨੂੰ ਇਹ ਰੰਝ ਆ ਕਿ ਹਰੇਕ ਬੰਦੇ ਨੂੰ ਨਾਂ ਨਾਲ ਬੁਲਾਇਆ ਜਾਂਦਾ ਹੈ। ਘੱਟੋ ਘੱਟ ਵੀਰ ਭਾਈ ਤਾਂ ਕਹੇ ਹੀ ਕਹੇ, ਪਰ ਸਾਨੂੰ ਉਹ ਰਿਕਸ਼ਾ ਕਹਿ ਕੇ ਆਵਾਜ਼ ਮਾਰੀ ਜਾਂਦੀ ਹੈ। ਰਾਜਵੀਰ ਦੀ ਅੱਖਾਂ ਦੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨਾਲ ਸਾਂਝ ਸੀ। ਬੜੇ ਲੋੜਵੰਦਾਂ ਦੇ ਇਲਾਜ ਕਰਵਾਏ। ਇੱਕ ਕਸ਼ਮੀਰੀ ਪਰਿਵਾਰ ਆਇਆ, ਉਹਨਾਂ ਕੋਲ ਪੈਸੇ ਨਹੀਂ ਸੀ। ਰਾਜਵੀਰ ਨੇ ਰਿਕਸ਼ੇ ਦੀ ਗੱਦੀ ਹੇਠੋਂ ਗੁਰੂ ਦੀ ਗੋਲਕ 'ਚੋਂ ਘੱਟ ਪੈਸਿਆਂ 'ਚ ਚੰਗਾ ਇਲਾਜ ਕਰਵਾ ਕੇ ਦਿੱਤਾ। ਇਹ ਖਬਰ ਇੰਡੀਅਨ ਐਕਸਪ੍ਰੈਸ ਨੇ ਵੀ ਛਾਪੀ ਸੀ। ਅਜੇ ਵੀ ਬੈਠੇ ਨੇ ਭਾਈ ਲਾਲੋ ਦੇ ਵਾਰਸ, ਜਿਨ੍ਹਾਂ ਦੀ ਰੋਟੀ ਨੂੰ ਨਿਚੋੜ ਕੇ ਗੁਰੂ ਸਾਹਿਬ ਦੁੱਧ ਕੱਢ ਸਕਦੇ ਨੇ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਮਨ ਕਿਸੇ ਗੱਲੋਂ ਦੁਖੀ ਸੀ। ਸੋਚਿਆ ਦਰਬਾਰ ਸਾਹਿਬ ਮੱਥਾ ਟੇਕ ਆਵਾਂ। ਵਾਪਸ ਪਰਤਦੇ ਹੋਏ ਕੀ ਵੇਖਿਆ, ਸਿਰ ਤੇ ਇੱਕ ਭਾਰੀ ਜੀ ਪੰਡ ਰੱਖੀ ਉਹ ਧਰਮ ਸਿੰਘ ਮਾਰਕੀਟ ਨਾਲ ਤੁਰੀ ਜਾ ਰਹੀ ਸੀ। ਚੰਗੇ ਘਰੋਂ ਲੱਗਦੀ ਵੱਲ ਵੇਖ ਮਨ ਹੀ ਮਨ ਸੋਚਿਆ ਕਿ ਐਸੀ ਵੀ ਕਾਹਦੀ ਕੰਜੂਸੀ, ਰਿਕਸ਼ਾ ਹੀ ਕਰ ਲੈਂਦੀ। ਇੰਨੇ ਨੂੰ ਰਸ਼ ਘਟ ਗਿਆ ਤੇ ਗੱਡੀਆਂ ਤੁਰ ਪਈਆਂ। ਪਤਾ ਨਹੀਂ ਕਿਉਂ ਮੈਥੋਂ ਅੱਗੇ ਨਾ ਤੁਰਿਆ ਗਿਆ। ਇੰਜ ਲੱਗੇ ਵਕਤਾਂ ਮਾਰੇ ਕਿਸੇ ਮਨ ਵਿੱਚੋਂ ਨਿਕਲੀ ਇੱਕ ਵੇਦਨਾ ਨੇ ਰਾਹ ਜਿਹਾ ਢੱਕ ਲਿਆ ਹੋਵੇ। ਉਹਦੇ ਅੱਗੇ ਬ੍ਰੇਕ ਮਾਰ ਲਈ ਤੇ ਪੁੱਛਿਆ, ਕਿੱਥੇ ਜਾਣਾ? ਆਖਣ ਲੱਗੀ, ਜੀ ਬੱਸ ਅੱਡੇ। ਆਖਿਆ, ਮੇਰੇ ਮਗਰ ਬੈਠ ਜਾ, ਲਾ ਦਿੰਨੀ ਆ। ਉਹਨੇ ਭਾਰੀ ਜੀ ਗਠੜੀ ਮੇਰੇ ਪੈਰਾਂ 'ਚ ਟਿਕਾ ਦਿੱਤੀ ਤੇ ਦੂਸਰੀ ਆਪਣੇ ਕਲਾਵੇ 'ਚ ਲੈ ਕੇ ਮਗਰ ਬੈਠ ਗਈ। ਕੁਝ ਪਲਾਂ ਦੀ ਚੁੱਪ ਮਗਰੋਂ ਪੁੱਛ ਲਿਆ, ਕਿਹੜੇ ਸ਼ਹਿਰ ਜਾਣਾ? ਅੱਗਿਓਂ ਹੱਸ ਪਈ। ਆਖਣ ਲੱਗੀ, ਸੁਲਤਾਨਪੁਰ ਲੋਧੀ। ਉਹੀ ਸੁਲਤਾਨਪੁਰ ਜਿੱਥੇ ਮੋਦੀ ਖਾਨੇ ਬੈਠਾ ਬਾਬਾ ਨਾਨਕ ਕਿਸੇ ਵੇਲੇ 13 ਆਖ ਸਭ ਕੁਝ ਲੋੜਵੰਦਾਂ ਦੀ ਝੋਲੀ 'ਚ ਪਾਈ ਜਾਇਆ ਕਰਦਾ ਸੀ। ਬਾਬੇ ਨਾਨਕ ਦਾ ਜ਼ਿਕਰ ਆਉਂਦਿਆਂ ਹੀ ਮੈਂ ਅਜੀਬ ਜਿਹੇ ਰੂਹਾਨੀ ਸਕੂਨ ਨਾਲ ਭਰ ਜੀ ਗਈ। ਉਹਦੀ ਅਗਲੀ ਕਹਾਣੀ ਕੁਝ ਇੰਜ ਦੀ ਸੀ। 19 ਸਾਲਾਂ ਦੀ ਨਿੱਕੀ ਉਮਰੇ ਵਿਆਹੀ ਗਈ। ਉਹ 22 ਤੱਕ ਅੱਪੜਦੀ 2 ਬੱਚਿਆਂ ਦੀ ਮਾਂ ਵੀ ਬਣ ਗਈ। ਪਿਛਲੇ ਸਾਲ ਪਹਿਲੋਂ ਘਰ ਵਾਲਾ ਦਿਲ ਦੇ ਦੌਰੇ ਨਾਲ ਚੱਲ ਵਸਿਆ ਤੇ ਮੁੜ ਕੇ ਜਵਾਈ ਦੇ ਗਮ 'ਚ ਮੇਰਾ ਡੈਡੀ।
ਡੈਡੀ ਦਾ ਜ਼ਿਕਰ ਆਉਂਦਿਆਂ ਹੀ ਪਿੱਛੇ ਬੈਠੀ ਦਾ ਗੱਚ ਜਿਹਾ ਭਰ ਆਇਆ। ਮੈਂ ਫਰੂਟ ਦੀ ਰੇਹੜੀ ਕੋਲ ਬ੍ਰੇਕ ਮਾਰ ਲਈ, ਫਿਰ ਜੂਸ ਦਾ ਗਲਾਸ ਪੀਂਦੀ ਹੋਈ ਦੱਸਣ ਲੱਗੀ, 2 ਨਿੱਕੇ-ਨਿੱਕੇ ਬੱਚੇ ਤੇ ਬੁੱਢੇ ਸੱਸ-ਸਹੁਰਾ ਚੁੱਲ੍ਹਾ ਬਲਦਾ ਰੱਖਣ ਲਈ ਜਲੰਧਰੋਂ ਥੋਕ ਵਿੱਚ ਲਿਆਂਦੇ ਕੱਪੜੇ ਲਿਆ ਕੇ ਵੇਚਣੇ ਸ਼ੁਰੂ ਕਰ ਦਿੱਤੇ, ਪਰ ਵਿੱਚੋਂ ਕੁਝ ਨਹੀਂ ਸੀ ਬਚਦਾ। ਕਿਸੇ ਸਲਾਹ ਦਿੱਤੀ ਅੰਮ੍ਰਿਤਸਰੋਂ ਸਸਤਾ ਮਿਲਦਾ ਹੈ, ਪਰ ਮਿਲਿਆ ਤੇ ਇੱਥੇ ਵੀ ਬਹੁਤ ਮਹਿੰਗਾ, ਸਿਵਾਏ ਬੱਸ ਦੇ ਕਿਰਾਏ ਤੋਂ ਹੋਰ ਕੁਝ ਵੀ ਨਹੀਂ ਬਚਿਆ। ਮੇਰੇ ਵੱਲੋਂ ਦਿੱਤਾ 500 ਦਾ ਨੋਟ ਵਾਪਸ ਮੋੜਦੀ ਹੋਈ ਆਖਣ ਲੱਗੀ, ਦੀਦੀ ਜੇ ਹੋ ਸਕੇ ਤਾਂ ਕਿਧਰੋਂ ਸਸਤੇ ਭਾਅ ਵਿਕਦੇ ਕੱਪੜੇ ਦੀ ਕੋਈ ਦੁਕਾਨ ਹੀ ਲੱਭ ਦਿਓ। ਹੋਰ ਕਿੰਨੀਆਂ ਗੱਲਾਂ ਦੱਸਣ ਮਗਰੋਂ ਵਾਪਸ ਮੁੜਦੀ ਹੋਈ ਨੂੰ ਵੇਖ ਇੰਝ ਲੱਗ ਰਿਹਾ ਸੀ ਜਿੱਦਾਂ ਬਾਬੇ ਨਾਨਕ ਦਾ ਘੱਲਿਆ ਹੋਇਆ ਇੱਕ ਐਸਾ ਦੂਤ ਮੁੜ ਰਿਹਾ ਹੋਵੇ ਜਿਹੜਾ ਸੁਲਤਾਨਪੁਰ ਲੋਧੀਓਂ ਸਿਰਫ ਇੰਨੀ ਗੱਲ ਪਤਾ ਕਰਨ ਆਇਆ ਸੀ ਕਿ ਸਿੱਖੀ ਦਾ ਧੁਰਾ ਆਖੀ ਜਾਂਦੀ। ਅੰਮ੍ਰਿਤਸਰ ਨਾਮ ਦੀ ਇਸ ਪਵਿੱਤਰ ਨਗਰੀ 'ਚ 13 ਦਾ ਹੋਕਾ ਦਿੰਦੇ ਕਿੰਨੇ ਕੁ ਮੋਦੀ ਖਾਨੇ ਅਜੇ ਵੀ ਬਾਕੀ ਬਚੇ ਨੇ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਸੱਜੇ ਗੁੱਟ ਤੇ ਪਾਇਆ ਨਿੱਕਾ ਜਿਹਾ ਕੜਾ, ਸਮਾਨ ਚੋਂ ਨਿਕਲੇ ਨਿਤਨੇਮ ਦੇ ਕਿੰਨੇ ਸਾਰੇ ਗੁਟਕੇ। ਸਭ ਕੁਝ ਵੇਖ ਹੌਲੀ ਜਿਹੀ ਆਖਿਆ, ਜ਼ਰੂਰ ਕਿਸੇ ਸਿੱਖ ਮੁੰਡੇ ਦੇ ਚੱਕਰ 'ਚ ਪੈ ਗਈ ਏ। ਨਾਲ ਹੀ ਨੀਲੇ ਚੋਲੇ ਪਾਈ ਤਲਵਾਰਾਂ ਚਲਾਉਂਦੇ ਤੇ ਬੋਲੇ ਸੋ ਨਿਹਾਲ ਵਾਲੀਆਂ ਆਵਾਜ਼ਾਂ ਕੱਢਦੇ ਦਾੜੀਆਂ ਵਾਲੇ ਕਿੰਨੇ ਸਾਰੇ ਖੌਫਨਾਕ ਚਿਹਰੇ ਅੱਖਾਂ ਅੱਗਿਓਂ ਘੁੰਮ ਗਏ। ਨਾਲ ਦੀ ਨੂੰ ਇੱਕ ਵੇਰ ਤੋਂ ਫੇਰ ਕੋਸਿਆ, ਆਖਿਆ ਇੱਥੇ ਆਪਣੇ ਮੁਲਕ ਚੰਗੀ ਭਲੀ ਨੌਕਰੀ ਸੀ, ਤੇਰੇ ਆਖੀ ਅਮਰੀਕਾ ਦੀ ਹਾਂ ਕੀਤੀ ਸੀ। ਫਿਰ ਸਵੇਰੇ ਉੱਠ ਜਦੋਂ ਆਖਣ ਲੱਗੀ ਕਿ ਗੁਰੂਦੁਆਰੇ ਮੱਥਾ ਟੇਕਣ ਜਾਣਾ ਤੇ ਮੇਰਾ ਸ਼ੱਕ ਹੋਰ ਪੱਕਾ ਹੋ ਗਿਆ। ਅਸੀਂ ਵੀ ਨਾਲ ਹੀ ਗਏ। ਗੁਰਦੁਆਰੇ ਅੰਦਰ ਅੱਪੜ ਉਹਨੇ ਪਹਿਲੋਂ ਮੱਥਾ ਟੇਕਿਆ, ਫਿਰ 501 ਰੁਪਈਏ ਦਾ ਪ੍ਰਸ਼ਾਦ ਕਰਵਾਇਆ। ਪਰਚੀ ਕਟਵਾਉਣ ਲੱਗੀ ਨੇ ਜਦੋਂ ਆਪਣਾ ਨਾਮ ਬੋਲਿਆ ਤਾਂ ਕਾਊਂਟਰ ਅੰਦਰ ਬੈਠੇ ਬਾਬਾ ਜੀ ਉਸੇ ਵੇਲੇ ਹੀ ਬਾਹਰ ਆ ਗਏ। ਗਲਵੱਕੜੀ 'ਚ ਲੈ ਲਿਆ। ਸਾਨੂੰ ਆਖਣ ਲੱਗੇ, ਹਰ ਮਹੀਨੇ ਬਾਹਰੋਂ ਪੈਸੇ ਘੱਲਦੀ ਏ ਤੁਹਾਡੀ ਧੀ, ਲੰਗਰਾਂ ਵਾਸਤੇ, ਸਕੂਲ ਵਾਸਤੇ। ਮੈਂ ਇਹਦਾ ਨਾਮ ਪਛਾਣ ਲਿਆ। ਫਿਰ ਕੋਲ ਖਲੋਤੀ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ। ਜਦੋਂ ਨਿਊਯਾਰਕ ਕੱਪੜੀ ਨੂੰ ਅਜੇ 2 ਮਹੀਨੇ ਵੀ ਨਹੀਂ ਸੀ ਹੋਏ ਕਿ ਉੱਥੇ ਵਾਪਰੀਆਂ ਘਟਨਾਵਾਂ ਕਰਕੇ ਹਾਲਾਤ ਕੁਝ ਏਦਾਂ ਦੇ ਬਣ ਗਏ, ਨਾ ਨੌਕਰੀ ਰਹੀ ਤੇ ਨਾ ਹੀ ਰਹਿਣ ਦਾ ਕੋਈ ਠਿਕਾਣਾ ਹੀ। ਕਿਸੇ ਸਲਾਹ ਦਿੱਤੀ ਕਿ ਗੁਰਦੁਆਰੇ ਚਲੀ ਜਾ, ਉਹ ਸਾਰਾ ਬੰਦੋਬਸਤ ਕਰ ਦੇਣਗੇ। ਫਿਰ ਪੂਰੇ 2 ਮਹੀਨੇ ਉੱਥੇ ਹੀ ਰਹੀ। ਲੰਗਰ ਪਾਣੀ ਵੀ ਖੁੱਲ੍ਹਾ ਸੀ। ਚਿੱਟੀ ਦਾੜੀ ਵਾਲੇ ਉਹ ਬਾਬਾ ਜੀ ਅਕਸਰ ਆਖ ਦਿੱਤੀ ਜੇ ਕੋਈ ਹੋਰ ਲੋੜਵੰਦ ਵੀ ਦਿਸ ਪਵੇ ਤਾਂ ਇੱਥੇ ਲੈ ਆਵੇਂ, ਨਾਨਕ ਦੇ ਲੰਗਰਾਂ 'ਚ ਕੋਈ ਥੋੜ ਨਹੀਂ ਹੈ। ਤੁਹਾਨੂੰ ਇੰਡੀਆ ਇਹ ਸਭ ਕੁਝ ਇਸ ਲਈ ਨਹੀਂ ਸੀ ਦੱਸਿਆ ਕਿ ਇੰਨੇ ਖਤਰਨਾਕ ਹਾਲਾਤਾਂ ਬਾਰੇ ਜਾਣ ਕੇ ਤੁਸੀਂ ਜ਼ਰੂਰ ਫਿਕਰ ਕਰੋਗੇ। ਰਾਤੀ ਸਮਾਨ ਫਰੋਲਦਿਆਂ ਤੁਹਾਡੇ ਦੋਹਾਂ ਦੇ ਚਿਹਰੇ ਪੜ੍ਹ ਲਏ ਸਨ। ਮੈਨੂੰ ਕਿਸੇ ਇੱਕ ਸਿੱਖ ਮੁੰਡੇ ਨਾਲ ਪਿਆਰ ਨਹੀਂ ਹੋਇਆ, ਸਗੋਂ ਪੂਰੀ ਕੌਮ ਨਾਲ ਹੀ ਮੁਹੱਬਤ ਹੋ ਗਈ ਏ। ਮੈਨੂੰ ਹਰ ਦਾੜੀ ਵਾਲਾ ਮਨੁੱਖ ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਲੱਗਦਾ ਹੈ। ਅਸੀਂ ਦੋਵੇਂ ਸੁੰਨ ਹੋਏ ਸਭ ਕੁਝ ਸੁਣੀ ਜਾ ਰਹੇ ਸਾਂ। ਫਿਰ ਅਚਾਨਕ ਸਵੇਰ ਵੇਲੇ ਦੇ 4 ਪਾਸੇ ਫੈਲੇ ਅਜੀਬ ਜਿਹੇ ਸਕੂਨ ਵਾਲੇ ਮਾਹੌਲ 'ਚੋਂ ਇੱਕ ਆਵਾਜ਼ ਆਈ, ਬੋਲੇ ਸੋ ਨਿਹਾਲ। ਪਹਿਲੀ ਵਾਰ ਮੂੰਹੋਂ ਆਪ ਮੁਹਾਰੇ ਹੀ ਸਤਿ ਸ੍ਰੀ ਅਕਾਲ ਨਿਕਲ ਗਿਆ, ਉਹ ਵੀ ਪੂਰੇ ਜ਼ੋਰ ਨਾਲ। ਸ਼ਾਇਦ ਅੱਖੀਆਂ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਡੱਕ ਕੇ ਰੱਖੇ ਕਿੰਨੇ ਸਾਰੇ ਹੰਝੂ ਖੁਦ ਬਖੁਦ ਹੀ ਦਸਮ ਪਿਤਾ ਦੀ ਆਵਾਜ਼ ਬਣ ਸੰਗ ਵਿੱਚੋਂ ਨਿਕਲ ਗਏ ਸਨ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਹੋਈ ਕਹਾਣੀ। ਚੰਡੀਗੜ੍ਹ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ 'ਚ ਰਿਸ਼ਤਾ ਹੋ ਗਿਆ ਤਾਂ ਬੜਾ ਮਜ਼ਾਕ ਉੱਡਿਆ। ਨਾਲ ਦੀਆਂ ਆਖਣ ਲੱਗੀਆਂ, ਲੋਕ ਬਾਹਰਲੇ ਮੁਲਕ ਜਾਂਦੇ ਨੇ, ਪਰ ਤੂੰ ਤਾਂ ਸਿੱਧੀ ਬਿਨਾਂ ਤਲੇ ਵਾਲੇ ਅੰਨੇ ਖੂਹ 'ਚ ਹੀ ਜਾ ਡਿੱਗੀ। ਰਿਸ਼ਤੇਦਾਰ ਆਖਣ ਲੱਗੇ, ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਉਂ ਲਾਉਣ ਲੱਗੇ ਜੇ? ਦਿੱਲੀ ਗੁੜਗਾਉਂ ਵੱਲ ਵੀ ਤਾਂ ਸੋਹਣੇ ਰਿਸ਼ਤੇ ਮਿਲ ਜਾਣੇ ਸੀ। ਇਹ ਬਟਾਲੇ ਕੋਲ ਇੱਕ ਪਿੰਡ ਦੇ ਕਾਲਜ ਵਿੱਚ ਪ੍ਰੋਫੈਸਰ ਸਨ। ਖੁੱਲ੍ਹੀ ਜ਼ਮੀਨ ਜਾਇਦਾਦ ਦੇ ਨਾਲ ਸੁਭਾਅ ਦੇ ਵੀ ਬੜੇ ਖੁੱਲ੍ਹਦਿਲੇ ਸਨ। ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ। ਸਵੇਰੇ ਸੈਰ 'ਤੇ ਜਾਂਦਿਆਂ ਹਰ ਸਬਜ਼ੀ ਵਾਲਾ ਤੇ ਰਿਕਸ਼ੇ ਵਾਲਾ ਇਹਨਾਂ ਨੂੰ ਫਤਿਹ ਬੁਲਾ ਕੇ ਲੰਘਿਆ ਕਰਦਾ।
ਕਈਆਂ ਨਾਲ ਕਿੰਨਾ ਚਿਰ ਗੱਲਾਂ ਮਾਰਦੇ ਰਹਿੰਦੇ। ਕਿਸੇ ਦਾ ਔਲਾਦ ਦਾ ਮਸਲਾ, ਕੋਈ ਫਾਰਮ ਭਰਵਾਉਣ ਆਇਆ, ਕੋਈ ਰਾਹ ਜਾਂਦਾ ਆਪਣੀ ਘਰੇਲੂ ਔਕੜ ਲੈ ਕੇ ਇਹਨਾਂ ਨੂੰ ਘੇਰ ਖਲੋਂਦਾ। ਮੈਨੂੰ ਹਮੇਸ਼ਾ ਇਹੀ ਲੱਗਦਾ ਕਿ ਬੰਦੇ ਨੂੰ ਆਪਣੀ ਹੈਸੀਅਤ ਦੇ ਬੰਦਿਆਂ ਨਾਲ ਹੀ ਮੇਲ ਜੋਲ ਰੱਖਣਾ ਚਾਹੀਦਾ ਹੈ। ਜੇ ਕਦੇ ਕੋਈ ਚੰਡੀਗੜ੍ਹੋਂ ਆਇਆ, ਮੇਰਾ ਰਿਸ਼ਤੇਦਾਰ ਇਹਨਾਂ ਦਾ ਛੋਟੇ ਲੋਕਾਂ ਨਾਲ ਇੰਝ ਦਾ ਮੇਲ ਮਿਲਾਪ ਦੇਖ ਲਏਗਾ ਤਾਂ ਪਤਾ ਨਹੀਂ ਕੀ ਸੋਚੂ। ਤਰੀਕੇ ਜਿਹੇ ਨਾਲ ਕਈ ਵਾਰ ਗੱਲ ਵੀ ਕੀਤੀ, ਪਰ ਇਹ ਹਮੇਸ਼ਾ ਇੰਨਾ ਅੱਖ ਚੁੱਪ ਕਰਵਾ ਦਿੰਦੇ ਕਿ ਸਰਦਾਰਨੀਏ, ਕੋਈ ਆਪਣੀ ਹੈਸੀਅਤ ਤੋਂ ਛੋਟਾ ਵੱਡਾ ਥੋੜਾ ਹੁੰਦਾ, ਸਗੋਂ ਉਹਦੇ ਕੀਤੇ ਕਰਮ ਹੀ ਉਹਨੂੰ ਉੱਚਾ ਨੀਵਾਂ ਬਣਾਉਂਦੇ ਨੇ। ਪਤਾ ਨਹੀਂ ਇਹਨਾਂ ਵਿੱਚੋਂ ਕੌਣ ਕਦੋਂ ਤੇ ਕਿੱਥੇ ਰੱਬ ਬਣ ਬੌੜ ਆਵੇ, ਕੋਈ ਪਤਾ ਨਹੀਂ। ਮਨ ਹੀ ਮਨ ਸੋਚਦੀ ਰਹਿੰਦੀ ਕਿ 2 ਵੇਲੇ ਦੀ ਰੋਟੀ ਲਈ 24 ਘੰਟੇ ਸੰਘਰਸ਼ ਕਰਦੇ ਰਹਿੰਦੇ ਇਹ ਛੋਟੀ ਪੱਧਰ ਦੇ ਆਮ ਜਿਹੇ ਲੋਕ ਭਲਾ ਸਾਡੀ ਕਾਹਦੀ ਮਦਦ ਕਰ ਸਕਦੇ ਨੇ। ਉਸ ਦਿਨ ਵੀ ਸੈਰ ਤੋਂ ਮੁੜਦੇ ਹੋਏ ਇਹ ਕਿਸੇ ਕੋਲ ਖਲੋਤੇ ਉਹਦੇ ਕਾਗਜ਼ ਪੱਤਰ ਵੇਖਣ ਵਿੱਚ ਰੁੱਝੇ ਹੋਏ ਸਨ ਕਿ ਕੋਲ ਖਲੋਤੀ ਨੂੰ ਅਚਾਨਕ ਪਿੱਛੇੋਂ ਰੌਲਾ ਸੁਣਾਈ ਦਿੱਤਾ। ਨੁੱਕਰ ਤੇ ਗੰਨੇ ਦੇ ਰਸ ਦੀ ਰੇਹੜੀ ਲਾਉਂਦੇ ਇੱਕ ਬਜ਼ੁਰਗ ਬਾਬਾ ਜੀ ਰੌਲਾ ਪਾਉਂਦੇ ਹੋਏ ਪਿਛਲੇ ਪਾਸਿਓਂ ਕਾਹਲੀ ਨਾਲ ਮੇਰੇ ਵੱਲ ਭੱਜੇ ਆਉਂਦੇ ਇੱਕ ਅਵਾਰਾ ਸਾਹ ਨਾਲ ਭਿੜ ਗਏ। ਦ੍ਰਿਸ਼ ਇੰਨਾ ਡਰਾਉਣਾ ਸੀ ਕਿ ਮੇਰਾ ਉੱਥੇ ਖਲੋਤੀ ਦਾ ਤਰਾਹ ਨਿਕਲ ਗਿਆ। ਵੇਖਦਿਆਂ ਵੇਖਦਿਆਂ ਹੋਰ ਕਿੰਨੇ ਸਾਰੇ ਲੋਕ ਉਸ ਸਾਹ ਦੇ ਦੁਆਲੇ ਹੋ ਗਏ। ਅਖੀਰ ਨੂੰ ਅੱਗੇ ਲੱਗ ਭੱਜ ਉੱਠਿਆ। ਭੱਜਾ ਜਾਂਦਾ ਭਾਵੇਂ ਬਾਬਾ ਜੀ ਨੂੰ ਢੁੱਡ ਮਾਰ ਸਰੀਰਕ ਤੌਰ ਤੇ ਬੁਰੀ ਤਰ੍ਹਾਂ ਜ਼ਖਮੀ ਜ਼ਰੂਰ ਕਰ ਗਿਆ ਸੀ, ਪਰ ਮਾਨਸਿਕ ਤੌਰ ਤੇ ਜਿੰਨੀ ਲਹੂ ਲੁਹਾਨ ਮੈਂ ਉਸ ਦਿਨ ਹੋਈ ਸ਼ਾਇਦ ਹੀ ਕਦੀ ਹੋਈ ਹੋਵਾਂ। ਪਹਿਲੀ ਵਾਰ ਆਪਣੀ ਸੋਚ ਤੇ ਸ਼ਰਮਿੰਦਾ ਹੋਈ। ਇਹ ਅਹਿਸਾਸ ਹੋਇਆ ਕਿ ਜਿਨ੍ਹਾਂ ਛੋਟੇ ਸਮਝੇ ਜਾਂਦੇ ਲੋਕਾਂ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ, ਅਸਲ 'ਚ ਉਹੀ ਲੋਕ ਹੀ ਆਪਣੀ ਜਾਨ ਤਲੀ ਤੇ ਰੱਖ ਦੂਜਿਆਂ ਦੀ ਰਾਖੀ ਲਈ ਅੱਗੇ ਆਉਂਦੇ ਨੇ। ਪਦਾਰਥਵਾਦੀ ਤੇ ਅਮੀਰ ਨੂੰ ਤੇ 24 ਘੰਟੇ ਬਸ ਇਹੀ ਫਿਕਰ ਖਾਈ ਜਾਂਦਾ ਹੈ ਕਿ ਜੇ ਮੈਨੂੰ ਕੁਝ ਹੋ ਗਿਆ ਤੇ ਇੰਨੀ ਮੁਸ਼ਕਿਲ ਨਾਲ ਲਾਈਆਂ ਉੱਚੀਆਂ ਢੇਰੀਆਂ ਦਾ ਕੀ ਬਣੂ। ਹਸਪਤਾਲ ਤੇ ਮੁੜ ਆਪਣੇ ਘਰੇ ਮੰਜੇ ਤੇ ਪਏ ਰਹੇ ਬਾਬਾ ਜੀ ਨੂੰ ਬਿਨਾਂ ਨਾਗਾ ਮਿਲਣ ਮਗਰੋਂ ਘਰੇ ਮੁੜਦਿਆਂ ਨੂੰ ਸਾਨੂੰ ਹਮੇਸ਼ਾ ਇੰਝ ਲੱਗਿਆ ਕਰਦਾ ਜਿੱਦਾਂ ਕਿੰਨੇ ਤੀਰਥਾਂ ਦੇ ਇਸ਼ਨਾਨ ਕਰਕੇ ਮੁੜ ਰਹੇ ਹੋਈਏ। ਦੋਸਤੋ, ਇਹ ਉਹਨਾਂ ਵੇਲਿਆਂ ਦੀ ਗੱਲ ਏ ਜਦੋਂ ਨਰਿੰਦਰ ਬੀਬਾ ਦਾ ਇਹ ਗੀਤ ਅਕਸਰ ਹੀ ਹਰ ਢਾਬੇ, ਹੋਟਲ ਤੇ ਕੈਂਟੀਨ ਤੇ ਵੱਜਦਾ ਹੋਇਆ ਸੁਣੀ ਜਾਇਆ ਕਰਦਾ ਸੀ ਕਿ ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਅੰਦਰ ਭਾਂਬੜ ਬਲ ਰਹੇ ਸਨ। ਮੇਰੇ ਜੂਨੀਅਰ ਬੱਤਰੇ ਦੀ ਕੁੜੀ ਦਾ ਰਿਸ਼ਤਾ ਉੱਥੇ ਜਿੱਥੋਂ ਮੇਰੀ ਧੀ ਨੂੰ ਨਾ ਹੋ ਗਈ ਸੀ ਕਿੱਦਾਂ ਹੋ ਸਕਦਾ। ਇਹ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗਾ। ਇਸੇ ਉਧੇੜ ਬੁਣ 'ਚ ਦਫ਼ਤਰ ਜਾਂਦੇ ਹੋਏ ਨੇ ਵੇਖਿਆ ਅੱਗੋਂ ਫਾਟਕ ਬੰਦ ਸੀ। ਅੰਦਾਜ਼ਾ ਹੋ ਗਿਆ ਕਿ ਗੱਡੀ ਹੋਰ 20 ਮਿੰਟਾਂ ਤੱਕ ਨਹੀਂ ਆਏਗੀ। ਕਾਰ ਬੰਦ ਕਰ ਲਾਗੇ ਬੋੜ ਹੇਠ ਬਣੇ ਥੜੇ ਤੇ ਆਣ ਬੈਠਾ। ਲਾਗੇ ਭੋਏ ਤੇ ਇੱਕ ਬਾਬਾ ਜੀ ਆਪਣੀ ਮੌਜ 'ਚ ਬੈਠੇ ਹੋਏ ਸਨ। ਪਤਾ ਨਹੀਂ ਕੀ ਸੁੱਝੀ, ਉਹਨਾਂ ਕੋਲ ਵਿਛੇ ਹੋਏ ਪਰਨੇ ਤੇ ਆਣ ਬੈਠਾ। ਨਜ਼ਰਾਂ ਮਿਲੀਆਂ ਤੇ ਫਿਰ ਸਹਿ ਸੁਭਾਈ ਪੁੱਛ ਲਿਆ, ਬਾਬਾ ਜੀ ਆਪਣੇ ਤਜਰਬੇ ਦੇ ਆਧਾਰ ਤੇ ਜ਼ਿੰਦਗੀ 'ਚ ਕੰਮ ਆਉਂਦੀ ਕੋਈ ਢੁਕਵੀਂ ਜਿਹੀ ਨਸੀਹਤ ਹੀ ਦੇ ਦਿਓ। ਉਹਨਾਂ ਮੇਰੇ ਵੱਲ ਵੇਖਿਆ ਤੇ ਪੁੱਛ ਲਿਆ, ਪੁੱਤਰ ਕਦੀ ਭਾਂਡੇ ਮਾਂਜੀ? ਬੜਾ ਅਜੀਬ ਜਿਹਾ ਸਵਾਲ ਸੀ। ਫਿਰ ਵੀ ਕੁਝ ਸੋਚ ਆਸੇ ਪਾਸੇ ਦੇਖਿਆ ਤੇ ਹੋਰ ਨੇੜੇ ਹੁੰਦਿਆਂ ਹੌਲੀ ਜਿਹੀ ਆਖ ਦਿੱਤਾ, ਹਾਂਜੀ ਬਾਬਾ ਜੀ ਮਾਂਜੇ ਨੇ ਕਿੰਨੀ ਵਾਰ। ਨਾਲ ਦੀ ਥੋੜ੍ਹੀ ਤੱਤੇ ਸੁਭਾਅ ਦੀ ਜਿਹੀ ਹੋਈ। ਫਿਰ ਕੀ ਸਿੱਖਿਆ ਈ ਭਾਂਡੇ ਮਾਂਜ ਕੇ? ਸਮਝਿਆ ਨਹੀਂ ਬਾਬਾ ਜੀ। ਇੰਨੀ ਗੱਲ ਆਖ ਮੈਂ ਆਪਣੀਆਂ ਸਵਾਲੀਆ ਨਜ਼ਰਾਂ ਇੱਕ ਵਾਰ ਫਿਰ ਉਹਨਾਂ ਦੇ ਚਿਹਰੇ ਤੇ ਗੱਡ ਦਿੱਤੀਆਂ। ਇਸ ਵਾਰ ਉਹ ਨਿੰਮਾ ਜਿਹਾ ਮੁਸਕਰਾਏ। ਫਿਰ ਆਖਣ ਲੱਗੇ, ਤੈਨੂੰ ਪਤਾ ਝੂਠੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਜ਼ਿਆਦਾ ਮਾਂਜਣਾ ਪੈਂਦਾ। ਬਸ ਇਹੋ ਹੀ ਹੈ ਜ਼ਿੰਦਗੀ ਦਾ ਤੱਤ ਸਾਰ। ਪੱਲੇ ਬੰਨ ਲੈ ਇਹਨੂੰ। ਇੰਨੇ ਨੂੰ ਸ਼ੂਕਦੀ ਹੋਈ ਗੱਡੀ ਵੀ ਲੰਘ ਗਈ। ਬੰਦ ਭਾਵੇਂ ਇੱਕ ਫਾਟਕ ਹੀ ਹੋਇਆ ਸੀ, ਪਰ ਖੁੱਲ੍ਹੇ 2, ਇੱਕ ਰੇਲ ਦਾ ਤੇ ਦੂਜਾ ਮੇਰੇ ਅੰਦਰ ਦਾ। ਧੰਨਵਾਦ। ਹਰਪ੍ਰੀਤ ਸਿੰਘ ਜਵੰਦਾ ਦੀ ਲਿਖੀ ਕਹਾਣੀ ਹੈ। ਲਾਹੌਰੋਂ ਤੁਰੀ ਸਵਾਰੀ ਗੱਡੀ ਹੌਲੀ ਹੌਲੀ ਨਾਰੋਵਾਲ ਵੱਲ ਵਧਣ ਲੱਗੀ, ਪਰ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨਲਵੇ ਤੇ ਅਟਾਰੀ ਵਾਲੇ ਸਰਦਾਰਾਂ ਦੀ ਚੜ੍ਹਤ ਵਾਲਾ ਰਿਹਾ ਲਾਹੌਰ ਸ਼ਹਿਰ ਮੁੱਕਣ 'ਚ ਹੀ ਨਹੀਂ ਸੀ ਆ ਰਿਹਾ।
ਰੇਲ ਪਟੜੀ ਦੇ ਨਾਲ ਚੱਲਦੀ ਸੜਕ, ਬਿਲਕੁਲ ਅੰਮ੍ਰਿਤਸਰ ਸ਼ਹਿਰ ਵਰਗੀ ਭੀੜ, ਗੱਡੀਆਂ ਮੋਟਰਾਂ ਟਾਂਗਿਆਂ ਦਾ ਹਜੂਮ, ਜਿਹੜਾ ਵੀ ਕੋਲੋਂ ਲੰਘਦਾ ਸਲਾਮ ਕਰਕੇ ਲੰਘਦਾ। ਸ਼ਾਹਦਰਾ ਬਾਗ ਸਟੇਸ਼ਨ ਤੋਂ ਇੱਕ ਬਾਬਾ ਜੀ ਆ ਚੜ੍ਹਿਆ। ਮੈਨੂੰ ਵੇਖ ਹੱਥ 'ਚ ਫੜਿਆ ਹੁੱਕਾ ਦੂਰ ਰੱਖ, ਮੋਢੇ ਟੰਗੇ ਪਰਨੇ ਨਾਲ ਚੰਗੀ ਤਰ੍ਹਾਂ ਢੱਕ, ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾ ਕੋਲ ਆਣ ਬੈਠਾ। ਆਖਣ ਲੱਗਾ, ਬੜੇ ਅਰਸੇ ਬਾਅਦ ਕਿਸੇ ਪੱਗ ਵਾਲੇ ਦੇ ਦੀਦਾਰ ਹੋਏ ਨੇ। ਕਿੱਥੋਂ ਆਇਆ ਤੇ ਕਿੱਥੇ ਜਾਣਾ ਈ ਸਰਦਾਰਾ? ਆਖਿਆ, ਨਾਰੋਵਾਲ ਤੋਂ ਅਗਲਾ ਸਟੇਸ਼ਨ ਏ, ਦੋਮਾਲਾ। ਬਸ ਪੁਰਖਿਆਂ ਦੀ ਮਿੱਟੀ ਦੀ ਛੋਹ ਵਾਲਾ ਉਹ ਪਿੰਡ ਵੇਖਣ ਜਾਣਾ ਹੈ। ਪਿਤਾ ਜੀ ਜਾਣ ਲੱਗਾ ਆਖਿਆ ਸੀ ਕਿ ਉੱਥੇ ਜ਼ਰੂਰ ਹੋ ਕੇ ਆਵੀਂ। ਅੱਗੋਂ ਮਾਸ਼ਾ ਅੱਲਾ ਆਖ ਹੁੰਗਾਰਾ ਭਰੀ ਜਾ ਰਿਹਾ ਸੀ। ਕੋਟ ਮੂਲ ਚੰਦ ਸਟੇਸ਼ਨ ਤੋਂ ਥੋੜ੍ਹੀ ਦੂਰ ਚੜ੍ਹਦੇ ਪਾਸੇ ਦੂਰ ਇੱਕ ਉੱਚੀ ਬੁਰਜੀ ਵੱਲ ਇਸ਼ਾਰਾ ਕਰਦਾ ਆਖਣ ਲੱਗਾ, ਇੱਥੋਂ ਬਾਰਡਰ ਸਿਰਫ 2 ਕਿਲੋਮੀਟਰ ਏ। ਇਸੇ ਪਿੰਡੋਂ ਬਾਰ-ਬਾਰ ਪਟੜੀ ਦੇ ਨਾਲ ਇੱਕ ਖੁੱਲ੍ਹੀ ਥਾਂ ਤੇ ਡੰਗਰਾਂ ਦਾ ਝੁੰਡ ਤੇ ਖੇਡਦੇ ਹੋਏ ਬੱਚਿਆਂ ਵੱਲ ਇਸ਼ਾਰਾ ਕਰਦਾ ਦੱਸਣ ਲੱਗਾ, ਸਰਦਾਰਾ, ਇਹ ਲੋਕ ਟੱਪਰੀਵਾਸ ਹੁੰਦੇ ਨੇ। ਇਹਨਾਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ। ਕੁਝ ਦਿਨ ਇੱਕ ਥਾਂ ਰਹਿ ਕੇ ਠਿਕਾਣਾ ਬਦਲ ਲੈਂਦੇ ਨੇ, ਪਰ ਜਿੱਥੇ ਵੀ ਠਿਕਾਣਾ ਕਰਦੇ ਉੱਥੇ ਮਾਲਕਾਂ ਦੀਆਂ ਸ਼ਰਤਾਂ ਤੇ ਜ਼ਿੰਦਗੀ ਬਸਰ ਕਰਨੀ ਪੈਂਦੀ ਏ। ਬਾਬੇ ਦੀ ਇੰਨੀ ਗੱਲ ਸੁਣ ਮੈਂ ਅਤੀਤ ਵਿੱਚ ਚਲਾ ਗਿਆ। ਪਹਿਲੀ ਸੰਸਾਰ ਜੰਗ, ਅੰਗਰੇਜ਼ਾਂ ਵੱਲੋਂ ਲੜਦਾ ਹੋਇਆ ਮੇਰਾ ਪੜਦਾਦਾ, ਫਿਰ ਦੂਜੀ ਸੰਸਾਰ ਜੰਗ ਵੇਲੇ ਕਿੰਨੇ ਵਰ੍ਹੇ ਜਾਪਾਨੀਆਂ ਦੀ ਕੈਦ 'ਚ ਰਿਹਾ ਮੇਰਾ ਦਾਦਾ ਜੀ। 47 ਦੀ ਵੰਡ ਵੇਲੇ ਸਭ ਕੁਝ ਛੱਡ ਛਡਾ ਇੱਧਰ ਆਉਣਾ ਪਿਆ। ਇੱਥੋਂ ਵਾਲੇ ਆਪਣਿਆਂ ਵੱਲੋਂ ਹੀ ਦਿੱਤਾ ਗਿਆ ਪਨਾਹੀ ਦਾ ਖਿਤਾਬ। ਫਿਰ ਅਸਾਮ ਦੇ ਜੰਗਲਾਂ 'ਚ ਘਿਰੇ ਇੱਕ ਰੇਲਵੇ ਸਟੇਸ਼ਨ 'ਤੇ ਨੌਕਰੀ ਕਰਦੇ ਮੇਰੇ ਪਿਤਾ ਜੀ। ਮੁੜ ਕੇ ਨਵੰਬਰ 84 ਵੇਲੇ ਕਾਨਪੁਰ ਸ਼ਹਿਰ ਵੱਡੀ ਭੀੜ ਹੱਥ ਆਇਆ ਮੇਰਾ ਵੱਡਾ ਤਾਇਆ ਜੀ। ਫਿਰ ਸਭ ਕੁਝ ਛੱਡ ਛਡਾ ਕੇ ਪੰਜਾਬ ਵੱਲ ਮੋੜੀਆਂ ਮੁਹਾਰਾਂ ਤੇ ਫਿਰ ਰੂਪੋਸ਼ੀ ਮਗਰੋਂ ਸਦਾ ਲਈ ਗਾਇਬ ਹੋ ਗਿਆ ਮੇਰਾ ਵੱਡਾ ਵੀਰ। ਮਗਰੋਂ ਘਰੇ ਪੈਂਦੇ ਪੁਲਿਸ ਦੇ ਛਾਪੇ ਤੇ ਫਿਰ ਚੋਰੀ ਛੁਪੇ ਸ਼ੁਰੂ ਹੋਇਆ ਮੇਰਾ ਯੂਰਪ ਦੇ ਕਿੰਨੇ ਸਾਰੇ ਮੁਲਕਾਂ ਦਾ ਸਫ਼ਰ। ਮਗਰੋਂ ਗੁਆਟੇਮਾਲਾ ਤੇ ਕੋਲੰਬੀਆ ਦੇ ਭਿਆਨਕ ਜੰਗਲ ਤੇ ਮੈਕਸੀਕੋ ਦੇ ਡਰੱਗ ਲਾਰਡ, ਫਿਰ ਅਮਰੀਕਾ ਦੀ ਜੇਲ੍ਹ ਤੇ ਅਖੀਰ ਕੈਨੇਡਾ ਦਾ ਪਾਸਪੋਰਟ। ਮੇਰੇ ਚਿਹਰੇ ਤੇ ਆਈ ਜਾਂਦੇ ਕਿੰਨੇ ਸਾਰੇ ਅਜੀਬ ਜਿਹੇ ਹਾਵ ਭਾਵ ਵੇਖ ਆਖਣ ਲੱਗਾ, ਸਰਦਾਰਾ, ਅਸਾਂ ਤਰੱਕੀ ਤੇ ਭਾਵੇਂ ਤੁਹਾਤੋਂ ਥੋੜ੍ਹੀ ਘੱਟ ਹੀ ਕੀਤੀ, ਪਰ ਮੁਲਕ ਆਪਣੇ 'ਚ ਬੈਠੇ ਆ ਟੌਰ ਨਾਲ। ਪਰ ਨਾ ਅਹਿਲ ਲੀਡਰਸ਼ਿਪ ਕਰਕੇ ਤੁਸੀਂ ਖੁੰਝ ਗਏ। ਤਾਈਓ ਹੁਣ ਤੱਕ ਕਦੇ ਕਿੱਧਰੋਂ ਮਾਰਾਂ ਪੈਂਦੀਆਂ ਤੇ ਕਦੇ ਕਿੱਧਰੋਂ ਧੱਕੇ। ਅੱਲਾ ਕਾਇਦੇ ਆਜ਼ਮ ਨੂੰ ਜੰਨਤ ਨਸੀਬ ਕਰੇ। ਸਿਆਲਕੋਟ ਅੱਪੜ PCO ਤੋਂ ਕਿਸੇ ਜਾਣਕਾਰ ਨੂੰ ਫੋਨ ਕੀਤਾ। ਅੱਗੋਂ ਆਖਣ ਲੱਗਾ, ਕੌਣ ਬੋਲਦਾ? ਆਪ ਮੁਹਾਰੇ ਮੂੰਹੋਂ ਨਿਕਲ ਗਿਆ, ਕਿੰਨੇ ਵਰ੍ਹਿਆਂ ਤੋਂ ਠਿਕਾਣੇ ਬਦਲਦਾ ਕੋਟ ਮੂਲ ਚੰਦ ਸਟੇਸ਼ਨ ਵਾਲਾ ਟੱਪਰਵਾਸੀ। ਆਖਣ ਲੱਗਾ, ਭਾਈ ਜਾਨ, ਮੈਂ ਸਮਝਿਆ ਨਹੀਂ। ਅੱਗੇ ਉਹ ਆਖਿਆ, ਭਾਈ, ਮੈਨੂੰ ਖੁਦ ਨੂੰ ਅੱਜ ਸਮਝ ਆਈ, ਤੈਨੂੰ ਐਡੀ ਛੇਤੀ ਕਿੱਦਾਂ ਸਮਝਾ ਦਿਆਂ। ਕਿੰਨੀ ਪਿੱਛੇ ਰਹਿ ਗਏ ਲਾਹੌਰ ਸ਼ਹਿਰ ਵਾਲੇ ਪਾਸਿਓਂ ਆਏ ਹਵਾ ਦੇ ਇੱਕ ਬੁੱਲੇ ਵਿੱਚ ਘੁਲੇ ਹੋਏ ਕੁਝ ਬੋਲ ਰੂਹ ਨੂੰ ਸਰਸ਼ਾਰ ਕਰ ਗਏ। ਆਬਾਦੀਆਂ ਵੀ ਵੇਖੀਆਂ, ਬਰਬਾਦੀਆਂ ਵੀ ਵੇਖੀਆਂ। ਸ਼ੇਰੇ ਪੰਜਾਬ ਦੀ ਮੜੀ ਪਈ ਸੀ ਆਖਦੀ, ਇਹਨਾਂ ਗੁਲਾਮਾਂ ਨੇ ਕਦੇ ਆਜ਼ਾਦੀਆਂ ਵੀ ਵੇਖੀਆਂ। ਧੰਨਵਾਦ।